ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ ਭਾਗ 14ਵਾਂ। ਸਿਰਲੇਖ ਹੈ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਅਕਾਲ ਪੁਰਖ ਪ੍ਰੇਮ ਸਰੂਪ ਹੈ, ਤਦੇ ਉਸ ਨੂੰ ਪ੍ਰੇਮ ਪੁਰਖ ਕਿਹਾ ਗਿਆ ਹੈ। ਆਪਣੀ ਰਚੀ ਹੋਈ ਕਾਇਨਾਤ ਨਾਲ ਅਕਾਲ ਪੁਰਖ ਦਾ ਅਤਿਅੰਤ ਪਿਆਰ ਹੈ। ਉਹ ਜੀਵਾਂ ਨੂੰ ਸਾਰ ਸੰਭਾਲਦਾ ਪਾਲਦਾ ਹੈ ਅਤੇ ਸਦਾ ਸ਼ੁਭ ਚਿੰਤਕ ਹੈ। ਸਾਰ ਸੰਭਾਲੈ ਨਿਤ ਪ੍ਰਤਪਾਲੈ, ਪ੍ਰੇਮ ਸਹਿਤ ਗਲ ਲਾਵੈ। ਪ੍ਰਭ ਮੇਰੋ ਇਤ ਉਤ ਸਦਾ ਸਹਾਈ, ਸਭ ਕੇ ਪ੍ਰੀਤਮ ਸਰਬ ਪ੍ਰਤਪਾਲਕ, ਸਰਬ ਘਟਾਂ ਆਧਾਰਾ। ਅਸੀਂ ਜੀਵ ਪਰਮੇਸ਼ਰ ਦੀ ਅੰਸ਼ ਹਾਂ, ਇਸ ਲਈ ਸਾਡੇ ਵਿੱਚ ਇਲਾਹੀ ਪ੍ਰੀਤ ਪ੍ਰੇਮ ਤੇ ਪਿਆਰ ਦੀ ਚੜੰਗ ਜਾਂ ਕਿਰਨ ਪ੍ਰਵਿਰਤ ਹੈ। ਪਰਮੇਸ਼ਰ ਨੇ ਆਪਣੇ ਅਥਾਹ ਪਿਆਰ ਦੀ ਪੂਰਨਤਾ ਲਈ ਇਹ ਸਾਰੀ ਰਚਨਾ ਰਚੀ ਹੈ ਅਤੇ ਇਸ ਵਿੱਚ ਆਪਣੇ ਇਲਾਹੀ ਪਿਆਰ ਦੀ ਚੜੰਗ ਰੱਖੀ ਹੈ, ਤਾਂ ਕਿ ਪਰਮੇਸ਼ਰ ਆਪਣੀ ਅੰਸ਼ ਜੀਵਾਂ ਨਾਲ ਪਿਆਰ ਕਰ ਸਕੇ ਅਤੇ ਉਸ ਦੀ ਅੰਸ਼ ਆਪਣੀ ਇਲਾਹੀ ਮਾਂ ਦੇ ਇਲਾਹੀ ਪਿਆਰ ਦਾ ਜਵਾਬ ਦੇ ਸਕੇ। ਹਾਂਜੀ, ਇਹ ਪਿਆਰ ਦੀ ਚੜੰਗ ਪਰਮਾਤਮਾ ਨੇ ਸਾਰਿਆਂ ਜੀਵਾਂ ਦੇ ਅੰਦਰ ਪਾਈ, ਤਾਂ ਕਿ ਪਰਮੇਸ਼ਰ ਆਪਣੀ ਅੰਸ਼ ਜੀਵਾਂ ਨਾਲ ਪਿਆਰ ਕਰ ਸਕੇ ਤੇ ਉਸ ਦੀ ਅੰਸ਼ ਆਪਣੀ ਇਲਾਹੀ ਮਾਂ ਦੇ ਇਲਾਹੀ ਪਿਆਰ ਦਾ ਜਵਾਬ ਦੇ ਸਕੇ। ਇਸ ਪਿਆਰ ਵਿੱਚ ਦੈਵੀ ਖਿੱਚ ਹੈ, ਜਿਸ ਨੂੰ ਡਿਵਾਈਨ ਗ੍ਰੈਵਿਟੀ ਵੀ ਕਹਿੰਦੇ ਹਨ। ਇਸ ਤਰ੍ਹਾਂ ਕਾਇਨਾਤ ਦੇ ਜ਼ਰੇ ਜ਼ਰੇ ਅੰਦਰ ਅਕਾਲ ਪੁਰਖ ਵੱਲ ਅਤੇ ਇੱਕ ਦੂਜੇ ਵੱਲ ਇਹ ਇਲਾਹੀ ਪਿਆਰ ਦੀ ਖਿੱਚ ਕੁਦਰਤੀ ਤੌਰ 'ਤੇ ਬਣੀ ਹੋਈ ਹੈ। ਇਸੇ ਦੈਵੀ ਖਿੱਚ ਦੇ ਅਧੀਨ ਸੂਰਜ, ਚੰਦਰਮਾ, ਧਰਤੀ ਤੇ ਗਣਤਾਰੇ ਵੀ ਇੱਕ ਦੂਜੇ ਵੱਲ ਤੇ ਆਪਣੇ ਕਰਤਾ ਅਕਾਲ ਪੁਰਖ ਵੱਲ ਸਦੀ ਵੀ ਖਿੱਚ ਖਾ ਰਹੇ ਹਨ। ਹਾਂਜੀ, ਸਿਰਫ ਇਨਸਾਨ ਹੀ ਨਹੀਂ ਬਲਕਿ ਸੂਰਜ, ਚੰਦਰਮਾ, ਧਰਤੀ ਤੇ ਗਣਤਾਰੇ ਵੀ ਇਸੇ ਦੈਵੀ ਖਿੱਚ ਅਧੀਨ ਇੱਕ ਦੂਜੇ ਵੱਲ ਤੇ ਆਪਣੇ ਕਰਤਾ ਅਕਾਲ ਪੁਰਖ ਵੱਲ ਖਿੱਚ ਖਾ ਰਹੇ ਹਨ ਸਦੀ ਵੀ। ਇਸੇ ਦੈਵੀ ਖਿੱਚ ਨੂੰ ਪ੍ਰੀਤ, ਪ੍ਰੇਮ, ਪਿਆਰ, ਨੇਹੋਂ ਆਦਿ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ ਤੇ ਇਸੇ ਦੈਵੀ ਖਿੱਚ ਨੂੰ ਹੀ ਨਾਮ ਜਾਂ ਸ਼ਬਦ ਕਿਹਾ ਗਿਆ ਹੈ। ਆਤਮਕ ਮੰਡਲ ਦੀ ਸਮੁੱਚੀ ਖਿੱਚ ਇਹ ਕਾਇਨਾਤ ਦੇ ਜ਼ਰੇ ਜ਼ਰੇ ਦੇ ਅੰਦਰ ਗੁੱਝੇ ਕੁਦਰਤੀ ਅਸੂਲਾਂ ਅਥਵਾ ਹੁਕਮ ਅਨੁਸਾਰ ਕਾਇਨਾਤ ਨੂੰ ਕਿਸੇ ਖਾਸ ਤੋਲ, ਕਿਸੇ ਬੈਲੈਂਸ ਵਿੱਚ ਰੱਖਦੀ ਹੈ। ਇਸੇ ਲਈ ਸਾਰੀ ਕਾਇਨਾਤ ਜੁਗਾਂ ਜੁਗਾਂਤਰਾਂ ਤੋਂ ਬੱਝੀ ਹੋਈ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਇਕਸਾਰ ਚੱਲ ਰਹੀ ਹੈ। ਜਦ ਕਦੇ ਵੀ ਇਸ ਕੁਦਰਤੀ ਤੋਲ ਵਿੱਚ ਕੋਈ ਵਿਘਨ ਪੈਂਦਾ ਹੈ, ਨੈਚੁਰਲ ਬੈਲੈਂਸ ਵਿੱਚ ਕੋਈ ਵਿਘਨ ਪੈਂਦਾ ਹੈ, ਤਾਂ ਦੁਨੀਆ ਵਿੱਚ ਭੜਥੂ ਮਚ ਜਾਂਦਾ ਹੈ, ਜਿਵੇਂ ਕਿ ਭੂਚਾਲ, ਹੜ੍ਹ, ਤੂਫਾਨ, ਬਿਮਾਰੀਆਂ ਆਦਿ। ਇਸੇ ਤਰ੍ਹਾਂ ਜਦ ਸਾਡਾ ਹਉਮੈ ਵੇੜਿਆ ਮਨ ਪਰਮੇਸ਼ਰ ਦੀ ਬਖਸ਼ੀ ਹੋਈ ਬੁੱਧੀ ਨਾਲ ਉਕਤੀਆਂ, ਜੁਗਤੀਆਂ, ਸਿਆਣਪਾਂ ਦੀ ਘੋਟ ਕੇ ਆਪਣੇ ਹੀ ਭਾਣੇ ਵਿੱਚ ਵਰਤਦਾ ਹੈ, ਤਾਂ ਨਾਲ ਲਿਖੇ ਹੁਕਮ ਤੋਂ ਬੇਮੁਖ ਹੋ ਕੇ ਇਲਾਹੀ ਪ੍ਰੀਤ ਤਾਰ ਤੋਂ ਟੁੱਟ ਜਾਂਦਾ ਹੈ। ਇਸ ਤਰ੍ਹਾਂ ਇਲਾਹੀ ਮਾਂ ਦੀ ਨਿੱਘੀ ਗੋਦ ਪਿਆਰ, ਸੁਖ ਅਤੇ ਬਖਸ਼ਿਸ਼ਾਂ ਆਦਿ ਤੋਂ ਵਾਂਝਾ ਰਹਿੰਦਾ ਹੈ। ਜੇਕਰ ਬਿਜਲੀ ਦੀ ਤਾਰ ਵਿੱਚ ਕੋਈ ਨੁਕਸ ਪੈ ਜਾਵੇ ਤਾਂ ਬਲਬ ਬੁੱਝ ਜਾਂਦਾ ਹੈ ਤੇ ਸਾਨੂੰ ਹਨੇਰੇ ਵਿੱਚ ਠੋਕਰਾਂ ਖਾਣੀਆਂ ਪੈਂਦੀਆਂ ਹਨ। ਇਸੇ ਤਰ੍ਹਾਂ ਜੇ ਸਾਡੀ ਸੁਰਤ ਦੀ ਤਾਰ ਅੰਤਰ ਆਤਮੇ ਪਰਮੇਸ਼ਰ ਦੇ ਸ਼ਬਦ, ਨਾਮ, ਹੁਕਮ ਜਾਂ ਜੀਵਨ ਰੋਂ ਤੋਂ ਟੁੱਟ ਜਾਵੇ ਤਾਂ ਸਾਡੇ ਮਨ ਉੱਤੇ ਅਗਿਆਨਤਾ ਦਾ ਹਨੇਰਾ ਛਾ ਜਾਂਦਾ ਹੈ ਅਤੇ ਅਸੀਂ ਹਉਮੈ ਦੇ ਭਰਮ ਭੁਲੇਖਿਆਂ ਵਿੱਚ ਠੋਕਰਾਂ ਖਾਂਦੇ ਤੇ ਦੁੱਖ ਕਲੇਸ਼ ਭੋਗਦੇ ਹਾਂ। ਫਿਰ ਦੁਹਰਾ ਦਈਏ ਕਿ ਜੇ ਸਾਡੀ ਸੁਰਤ ਦੀ ਤਾਰ ਅੰਤਰ ਆਤਮੇ ਪਰਮੇਸ਼ਰ ਦੇ ਸ਼ਬਦ, ਨਾਮ, ਹੁਕਮ ਜਾਂ ਜੀਵਨ ਰੋਂ ਤੋਂ ਟੁੱਟ ਜਾਵੇ ਤਾਂ ਸਾਡੇ ਮਨ ਉੱਤੇ ਅਗਿਆਨਤਾ ਦਾ ਹਨੇਰਾ ਛਾ ਜਾਂਦਾ ਹੈ ਅਤੇ ਅਸੀਂ ਹਉਮੈ ਦੇ ਭਰਮ ਭੁਲੇਖਿਆਂ ਵਿੱਚ ਠੋਕਰਾਂ ਖਾਂਦੇ ਤੇ ਦੁੱਖ ਕਲੇਸ਼ ਭੋਗਦੇ ਹਾਂ। ਸੋ ਜੇਕਰ ਅਸੀਂ ਮੁੜ ਆਪਣੀ ਇਲਾਹੀ ਮਾਂ ਦੀ ਨਿੱਘੀ ਗੋਦ ਦਾ ਪਿਆਰ ਮਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਸ਼ਬਦ ਸੁਰਤ ਦੀ ਕਮਾਈ ਕਰਨੀ ਪਵੇਗੀ। ਗੁਰਮਤਿ ਅਨੁਸਾਰ
ਸਾਡੀ ਆਤਮਿਕ ਮੰਜ਼ਿਲ ਵੀ ਸ਼ਬਦ ਸੁਰਤ ਲਿਵਲੀਨ ਹੈ। ਜੇ ਦੁਬਾਰਾ ਉਸ ਇਲਾਹੀ ਮਾਂ ਦੀ ਨਿੱਘੀ ਗੋਦ ਦਾ ਸੁਖ ਮਾਣਨਾ ਚਾਹੁੰਦੇ ਹਾਂ ਤਾਂ ਅੰਤਰਮੁਖੀ ਹੋ ਕੇ ਸਿਮਰਨ ਕਰਨਾ ਪਵੇਗਾ। ਸ਼ਬਦ ਸੁਰਤ ਲਿਵਲੀਨ ਪਰਬੀਨ ਪਏ, ਪੂਰਨ ਬ੍ਰਹਮ ਏਕ ਹੈ ਏਕ ਪਹਿਚਾਨੀਏ। ਸ਼ਬਦ ਸੁਰਤ ਲਿਵ ਅਲਖ ਲਖਾਏ। ਸੂਰਜ ਦੀਆਂ ਅਨੇਕਾਂ ਕਿਰਨਾਂ ਚਾਰ ਚੁਫੇਰੇ ਫੈਲੀਆਂ ਹੋਈਆਂ ਹਨ। ਜਦ ਇਹ ਕਿਰਨਾਂ ਆਛੀ ਸ਼ੀਸ਼ੇ ਨਾਲ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਤਾਂ ਇਹ ਇੱਕ ਸ਼ਕਤੀਸ਼ਾਲੀ ਪਰਬਲ ਕਿਰਨ ਬਣ ਜਾਂਦੀ ਹੈ। ਹਾਂਜੀ, ਆਮ ਸੂਰਜ ਦੀਆਂ ਕਿਰਨਾਂ ਫੈਲੀਆਂ ਹੁੰਦੀਆਂ ਹਨ, ਪਰ ਜਦੋਂ ਆਛੀ ਸ਼ੀਸ਼ੇ ਦੇ ਵਿੱਚ ਦੀ ਲੰਘਦੀਆਂ ਹਨ, ਇਹ ਲੱਖਾਂ ਕਿਰਨਾਂ ਇਕੱਠੀ ਹੋ ਕੇ ਇੱਕ ਪਰਬਲ ਦਾਮਨ ਕਿਰਨ ਬਣ ਜਾਂਦੀ ਹੈ, ਜਿਸ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਖਿੰਡੀਆਂ ਹੋਈਆਂ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਹੁੰਦਾ। ਇਸੇ ਤਰ੍ਹਾਂ ਸਾਡੇ ਮਨ ਦਾ ਧਿਆਨ ਜਾਂ ਬਿਰਤੀਆਂ ਅਨੇਕਾਂ ਖਿਆਲਾਂ ਜਾਂ ਪਦਾਰਥਾਂ ਵਿੱਚ ਖਚਤ ਹੋ ਕੇ ਖਿੰਡੀਆਂ ਰਹਿੰਦੀਆਂ ਹਨ। ਇਸ ਕਾਰਨ ਸਾਡਾ ਮਨ ਅਤ ਨਿਰਬਲ ਹੋ ਗਿਆ ਹੈ ਅਤੇ ਅਸੀਂ ਨਿੱਕੀ ਜਿਹੀ ਗੱਲ ਤੇ ਵੀ ਘਬਰਾ ਜਾਂਦੇ ਹਾਂ ਜਾਂ ਉਬਲ ਪੈਂਦੇ ਹਾਂ। ਜਦ ਇਹਨਾਂ ਬਿਰਤੀਆਂ ਨੂੰ ਕਿਸੇ ਇੱਕ ਨੁਕਤੇ ਉੱਤੇ ਇਕਾਗਰ ਕੀਤਾ ਜਾਵੇ ਤਾਂ ਇਹ ਸੁਰਤ ਬਣ ਜਾਂਦੀ ਹੈ। ਹਾਂਜੀ, ਜਿਹੜੀਆਂ ਸਾਡੀਆਂ ਬਿਰਤੀਆਂ ਖਿੰਡੀਆਂ ਹੋਈਆਂ ਹਨ, ਜਦੋਂ ਇਹਨਾਂ ਨੂੰ ਕਿਸੇ ਇੱਕ ਨੁਕਤੇ ਉੱਤੇ ਇਕਾਗਰ ਕੀਤਾ ਜਾਵੇ ਤਾਂ ਇਹ ਸੁਰਤ ਬਣ ਜਾਂਦੀ ਹੈ। ਐਸੀ ਇਕੱਤਰ ਹੋਈ ਸੁਰਤ ਵਿੱਚ ਬੇਅੰਤ ਸ਼ਕਤੀ ਉਤਪੰਨ ਹੋ ਜਾਂਦੀ ਹੈ, ਜਿਸ ਨਾਲ ਅਨੇਕਾਂ ਕਿਸਮਾਂ ਦੇ ਮਾਨਸਿਕ ਕਰਿਸ਼ਮੇ, ਰਿਧੀਆਂ ਸਿੱਧੀਆਂ ਤੇ ਜਾਦੂ ਟੂਣੇ ਆਦਿ ਰਚਾਏ ਜਾਂਦੇ ਹਨ। ਇਸੇ ਸੁਰਤ ਨੂੰ ਸ਼ਬਦ ਵਿੱਚ ਜੋੜਨ ਨਾਲ ਸੁਰਤ ਦੀ ਇਕਾਗਰ ਹੋਈ ਦਾਮਨਕ ਸ਼ਕਤੀ ਨਾਲ ਸਾਡੀਆਂ ਖਿੰਡੀਆਂ ਹੋਈਆਂ ਨੀਵੀਆਂ ਰੁਚੀਆਂ ਸੜ ਜਾਂਦੀਆਂ ਹਨ ਅਤੇ ਮਨ ਨਿਰਮਲ ਹੁੰਦਾ ਜਾਂਦਾ ਹੈ। ਤੇ ਨਿਰਮਲ ਹੋਏ ਮਨ ਤੇ ਕਿਸੇ ਸੁਭਾਗੇ ਸਮੇਂ ਗੁਰੂ ਦੀ ਕਿਰਪਾ ਦੁਆਰਾ ਨਾਮ ਦੀ ਛੋਹ ਲੱਗਦੀ ਹੈ। ਹਾਂਜੀ, ਗੁਰੂ ਦੀ ਕਿਰਪਾ ਦੁਆਰਾ ਨਾਮ ਦੀ ਛੋਹ ਲੱਗਦੀ ਹੈ। ਕਿਸ ਤੇ? ਸਾਡੇ ਨਿਰਮਲ ਮਨ ਤੇ। ਮਨ ਨਿਰਮਲ ਕਿਵੇਂ ਹੁੰਦਾ ਹੈ? ਜਦ ਸੁਰਤ ਨੂੰ ਸ਼ਬਦ ਵਿੱਚ ਅਸੀਂ ਜੋੜਦੇ ਹਾਂ ਤਾਂ ਸ਼ਬਦ ਵਿੱਚ ਜੋੜਨ ਨਾਲ ਸੁਰਤ ਦੀ ਇਕਾਗਰ ਹੋਈ ਦਾਮਨਕ ਸ਼ਕਤੀ ਨਾਲ ਸਾਡੀਆਂ ਖਿੰਡੀਆਂ ਹੋਈਆਂ ਨੀਵੀਆਂ ਰੁਚੀਆਂ ਸੜ ਜਾਂਦੀਆਂ ਹਨ, ਤਾਂ ਸਾਡਾ ਮਨ ਨਿਰਮਲ ਹੁੰਦਾ ਜਾਂਦਾ ਹੈ। ਫਿਰ ਇਸ ਨਿਰਮਲ ਹੋਏ ਮਨ ਤੇ ਕਿਸੇ ਸੁਭਾਗੇ ਸਮੇਂ ਗੁਰੂ ਦੀ ਕਿਰਪਾ ਦੁਆਰਾ ਨਾਮ ਦੀ ਛੋਹ ਲੱਗਦੀ ਹੈ, ਤਾਂ ਸਾਡੇ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਹੁੰਦਾ ਹੈ ਤੇ ਗੁਰਸ਼ਬਦੀ ਗੋਬਿੰਦ ਗੱਜਿਆ ਹੋ ਜਾਂਦਾ ਹੈ। ਪਰ ਜ਼ਰੂਰੀ ਨੁਕਤਾ ਹੈ ਕਿ ਸੁਰਤ ਨੂੰ ਸ਼ਬਦ ਵਿੱਚ ਜੋੜਨਾ। ਸੁਰਤ ਕੀ ਸੀ? ਫਿਰ ਦੁਹਰਾ ਦਈਏ ਕਿ ਆਪਣੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਕਿਸੇ ਇੱਕ ਨੁਕਤੇ ਤੇ ਇਕਾਗਰ ਕਰਦੇ ਹਾਂ ਤਾਂ ਉਹ ਸੁਰਤ ਬਣਦੀ ਹੈ। ਪਰ ਆਮ ਤੌਰ ਤੇ ਸਾਡੀ ਸੁਰਤ ਮਾਇਕੀ ਮੰਡਲ ਦੇ ਕਰਿਸ਼ਮਿਆਂ ਵਿੱਚ ਹੀ ਗਲਤਾਨ ਰਹਿੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਸਾਡਾ ਆਤਮ ਮੰਡਲ ਦੇ ਪ੍ਰਕਾਸ਼ ਰੂਪ ਦੀ ਬਾਬਤ ਗਿਆਨ ਜਾਂ ਸੋਝੀ ਓਪਰੀ ਜਿਹੀ ਹੁੰਦੀ ਹੈ। ਅਸਲ ਵਿੱਚ ਸਾਨੂੰ ਅਨੁਭਵੀ ਇਲਾਹੀ ਗਿਆਨ ਦੀ ਬਾਬਤ ਪਤਾ ਹੀ ਨਹੀਂ, ਲੋੜ ਹੀ ਨਹੀਂ, ਫੁਰਸਤ ਹੀ ਨਹੀਂ। ਹਾਂਜੀ, ਅਨੁਭਵੀ ਗਿਆਨ ਜਿਹੜਾ ਗੁਰਬਾਣੀ ਵਿੱਚ ਸਾਨੂੰ ਬਾਰ-ਬਾਰ ਦ੍ਰਿੜਾਇਆ ਗਿਆ ਹੈ, ਇਸ ਦੀ ਨਾ ਸਾਨੂੰ ਲੋੜ ਹੈ, ਨਾ ਇਸ ਨੂੰ ਪ੍ਰਾਪਤ ਕਰਨ ਲਈ ਸਾਡੇ ਕੋਲ ਫੁਰਸਤ। ਗੁਰਬਾਣੀ ਵਿੱਚ ਆਤਮ ਮੰਡਲ ਦੇ ਅਨੁਭਵੀ ਤਜਰਬਿਆਂ ਨੂੰ ਸਾਫ਼ ਲਫ਼ਜ਼ਾਂ ਵਿੱਚ ਦਰਸਾਇਆ ਗਿਆ ਹੈ, ਪਰ ਇਹਨਾਂ ਦੇ ਅੰਤਰੀਵ ਭਾਵਾਂ ਵੱਲ ਸਾਡਾ ਧਿਆਨ ਹੀ ਨਹੀਂ ਜਾਂਦਾ। ਇਹੋ ਕਾਰਨ ਹੈ ਕਿ ਗੁਰਬਾਣੀ ਦਾ ਪਾਠ, ਕੀਰਤਨ ਅਤੇ ਕਥਾ ਵਾਰਤਾ ਕਰਦੇ ਹੋਏ ਵੀ ਸਾਡੇ ਤੇ ਗੁਰਬਾਣੀ ਦੀ ਪਾਰਸ ਕਲਾ ਨਹੀਂ ਵਰਤਦੀ, ਕਿਉਂਕਿ ਗੁਰਬਾਣੀ ਦੇ ਅੰਤਰੀਵ ਭਾਵਾਂ ਵੱਲ ਸਾਡਾ ਧਿਆਨ ਹੀ ਨਹੀਂ ਜਾਂਦਾ। ਇਸੇ ਕਾਰਨ ਗੁਰਬਾਣੀ ਦਾ ਪਾਠ, ਕੀਰਤਨ ਤੇ ਕਥਾ ਵਾਰਤਾ ਕਰਦੇ ਹੋਏ ਵੀ ਸਾਡੇ ਤੇ ਗੁਰਬਾਣੀ ਦੀ ਪਾਰਸ ਕਲਾ ਨਹੀਂ ਵਰਤਦੀ। ਸਾਡੀ ਇਸ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ: ਸ਼ਬਦ ਨਾ ਚੀਨੈ, ਕਥਨੀ ਬਦਨੀ ਕਰੈ, ਵਿਖਿਆ ਮਾਹੇ ਸਮਾਨ। ਤ੍ਰੈ ਗੁਣ ਪੜ੍ਹੈ, ਹਰ ਤਤ ਨਾ ਜਾਣੈ, ਮੂਲੋਂ ਭੂਲੇ ਗੁਰ ਸ਼ਬਦ ਨਾ ਪਛਾਣੈ। ਉਪਦੇਸ਼ ਕਰੈ, ਆਪ ਨਾ ਕਮਾਵੈ,
तत शब्द न पछाणै, एक शब्द तू चीनै नाही, फिर जोनी आवेगा। सो जद असी किसी पदार्थ की पढ़ाई जां खोज करते हाँ ਤਾਂ ਅਸੀਂ ਉਸ ਪਦਾਰਥ ਨਾਲ ਸੰਗਤ ਕਰਦੇ ਹੁੰਦੇ ਹਾਂ ਅਤੇ ਉਸ ਪਦਾਰਥ ਦੇ ਗੁਣ ਅਵਗੁਣ ਕਬੂਲ ਕਰਦੇ ਹਾਂ। ਇਸੇ ਤਰ੍ਹਾਂ ਜਦ ਅਸੀਂ ਸ਼ਬਦ ਸੁਰਤ ਦੀ ਵਿਚਾਰ ਅਤੇ ਕਮਾਈ ਕਰਦੇ ਹਾਂ ਤਾਂ ਸਾਨੂੰ ਆਤਮ ਮੰਡਲ ਦੇ ਦੈਵੀ ਗੁਣ ਸਹਿਜੇ ਹੀ ਪ੍ਰਦਾਨ ਹੁੰਦੇ ਜਾਂਦੇ ਹਨ। ਹਾਂਜੀ, ਕਿਤਨਾ ਲਾਹਾ ਕਿ ਜਦ ਅਸੀਂ ਸ਼ਬਦ ਸੁਰਤ ਦੀ ਵਿਚਾਰ ਅਤੇ ਕਮਾਈ ਕਰਦੇ ਹਾਂ ਤਾਂ ਸਾਨੂੰ ਆਤਮ ਮੰਡਲ ਦੇ ਦੈਵੀ ਗੁਣ ਇਹ ਸਹਿਜੇ ਹੀ ਪ੍ਰਦਾਨ ਹੋ ਜਾਂਦੇ ਹਨ। ਸੋ ਮਾਇਕੀ ਮੰਡਲ ਦੇ ਪਦਾਰਥਾਂ ਦੀ ਪੜ੍ਹਾਈ ਸਾਨੂੰ ਮਾਇਆ ਮੰਡਲ ਵਿੱਚ ਹੀ ਫਸਾਈ ਰੱਖਦੀ ਹੈ, ਪਰ ਆਤਮ ਮੰਡਲ ਦੀ ਅਨੁਭਵੀ ਵਿਚਾਰ ਸਾਨੂੰ ਮੋਹ ਮਾਇਆ ਦੇ ਦਾਇਰੇ ਵਿੱਚੋਂ ਕੱਢ ਕੇ ਆਤਮ ਮੰਡਲ ਦੇ ਅਸਚਰਜ ਵਿਸਮਾਦੀ ਗਿਆਨ ਅਤੇ ਅੰਤਰ ਆਤਮੇ ਅਨੁਭਵੀ ਤਜਰਬੇ ਕਰਾਉਂਦੀ ਹੈ। ਹਾਂਜੀ, ਇਹ ਮਾਇਕੀ ਮੰਡਲ ਦੀ ਪਦਾਰਥਾਂ ਦੀ ਤੇ ਬਾਕੀ ਪੜ੍ਹਾਈ ਤੇ ਅਨੁਭਵੀ ਗਿਆਨ ਅੰਤਰਮੁਖੀ ਪੜ੍ਹਾਈ ਦਾ ਕੀ ਫਰਕ ਹੈ ਕਿ ਮਾਇਕੀ ਮੰਡਲ ਦੇ ਪਦਾਰਥਾਂ ਦੀ ਪੜ੍ਹਾਈ ਸਾਨੂੰ ਮਾਇਆ ਮੰਡਲ ਵਿੱਚ ਹੀ ਫਸਾਈ ਰੱਖਦੀ ਹੈ, ਪਰ ਆਤਮ ਮੰਡਲ ਦੀ ਅਨੁਭਵੀ ਵਿਚਾਰ ਸਾਨੂੰ ਮੋਹ ਮਾਇਆ ਦੇ ਦਾਇਰੇ ਵਿੱਚੋਂ ਕੱਢ ਕੇ ਆਤਮ ਮੰਡਲ ਦੇ ਅਸਚਰਜ ਵਿਸਮਾਦੀ ਗਿਆਨ ਅਤੇ ਅੰਤਰ ਆਤਮੇ ਅਨੁਭਵੀ ਤਜਰਬੇ ਕਰਾਉਂਦੀ ਹੈ। ਦੂਜਾ ਫਰਕ ਕਿ ਮਾਇਕੀ ਮੰਡਲ ਦੀ ਪੜ੍ਹਾਈ ਅਥਵਾ ਖੋਜ ਵਿੱਚ ਤਾਂ ਅਸੀਂ ਸਾਰੀ ਉਮਰ ਲਾ ਦਿੰਦੇ ਹਾਂ ਅਤੇ ਬੇਅੰਤ ਮਾਇਆ ਖਰਚ ਕਰਦੇ ਹਾਂ, ਪਰ ਅੰਤਰਮੁਖੀ ਸ਼ਬਦ ਸੁਰਤ ਦੀ ਖੋਜ ਲਈ ਕੋਈ ਖਰਚਾ ਨਹੀਂ ਕਰਨਾ ਪੈਂਦਾ ਅਤੇ ਨਾ ਹੀ ਇਸ ਲਈ ਕਿਤੇ ਪਰਦੇਸਾਂ ਵਿੱਚ ਜਾਣ ਦੀ ਲੋੜ ਹੈ। ਤੀਸਰਾ ਕਿ ਭਾਵੇਂ ਵਿਗਿਆਨਕ ਖੋਜ ਦੇ ਨਤੀਜੇ ਵਜੋਂ ਇਨਸਾਨ ਨੇ ਬੇਅੰਤ ਮਾਇਕੀ ਲਾਭ ਅਤੇ ਸਰੀਰਕ ਸੁੱਖ ਹਾਸਲ ਕੀਤੇ ਹਨ, ਪਰ ਆਤਮਿਕ ਗਿਆਨ ਤੋਂ ਬਿਨਾਂ ਇਹ ਨਿਰੇ ਪੁਰੇ ਮਾਇਕੀ ਵਿਗਿਆਨ ਦੇ ਗਲਤ ਇਸਤੇਮਾਲ ਨਾਲ ਸੰਸਾਰ ਵਿੱਚ ਹਰ ਪਾਸੇ ਅਸ਼ਾਂਤੀ, ਦੁੱਖ, ਕਲੇਸ਼, ਭਿਆਨਕ ਰੋਗ ਅਤੇ ਭਿਆਨਕ ਲੜਾਈਆਂ ਕਾਰਨ ਬੇਅੰਤ ਤਬਾਹੀ ਹੋ ਰਹੀ ਹੈ। ਦੂਜੇ ਪਾਸੇ ਅੰਤਰਮੁਖੀ ਆਤਮਿਕ ਖੋਜ ਦਾ ਸਦਕਾ ਅਨੇਕਾਂ ਇਲਾਹੀ ਦਾਤਾਂ ਜਿਵੇਂ ਕਿ ਮਾਇਕੀ ਸੁਖ, ਆਤਮ ਸੁਖ, ਸ਼ਾਂਤੀ, ਸਦੀਵੀ ਖੁਸ਼ੀ, ਆਤਮ ਰੰਗ, ਆਤਮ ਰਸ, ਇਹ ਪਿਰਮ ਰਸ ਆਦਿ ਸਹਿਜ ਸੁਭਾਏ ਪ੍ਰਾਪਤ ਹੋ ਜਾਂਦੀਆਂ ਹਨ। ਹਾਂਜੀ, ਮਾਇਕੀ ਵਿਗਿਆਨ ਦੇ ਗਲਤ ਇਸਤੇਮਾਲ ਨਾਲ ਸੰਸਾਰ ਵਿੱਚ ਦੁੱਖ, ਕਲੇਸ਼, ਭਿਆਨਕ ਰੋਗ ਤੇ ਭਿਆਨਕ ਲੜਾਈਆਂ ਕਾਰਨ ਬੇਅੰਤ ਤਬਾਹੀ ਹੋ ਰਹੀ ਹੈ, ਪਰ ਅੰਤਰਮੁਖੀ ਆਤਮਿਕ ਖੋਜ ਦਾ ਸਦਕਾ ਅਨੇਕਾਂ ਇਲਾਹੀ ਦਾਤਾਂ ਜਿਵੇਂ ਆਤਮ ਸੁਖ, ਸ਼ਾਂਤੀ, ਸਦੀਵੀ ਖੁਸ਼ੀ, ਆਤਮ ਰੰਗ, ਆਤਮ ਰਸ, ਪਿਰਮ ਰਸ, ਇਹ ਤਾਂ ਸਹਿਜ ਸੁਭਾਏ ਪ੍ਰਾਪਤ ਹੁੰਦੇ ਹਨ। ਇਸ ਦੇ ਨਾਲ ਮਾਇਕੀ ਸੁਖ ਵੀ ਪ੍ਰਾਪਤ ਹੁੰਦਾ ਹੈ। ਅਗਲਾ ਫਰਕ ਕਿ ਮਾਇਕੀ ਮੰਡਲ ਦਾ ਗਿਆਨ ਇਹ ਮੌਤ ਤੋਂ ਬਾਅਦ ਸਾਡੀ ਰੂਹ ਦੇ ਨਾਲ ਨਹੀਂ ਜਾਂਦਾ, ਪਰ ਆਤਮ ਮੰਡਲ ਦੀ ਖੋਜ ਦਾ ਅਨੁਭਵੀ ਗਿਆਨ ਸਾਡੀ ਰੂਹ ਦੇ ਨਾਲ ਅਗਲੇ ਜਨਮਾਂ ਵਿੱਚ ਵੀ ਸਾਡੀ ਅਗਵਾਈ ਕਰਦਾ ਹੈ ਅਤੇ ਸਹਾਈ ਹੁੰਦਾ ਹੈ। ਹਾਂਜੀ, ਸਾਰੀ ਉਮਰ ਲਾ ਕੇ ਜੇ ਕੋਈ ਮਾਇਕੀ ਮੰਡਲ ਦਾ ਗਿਆਨ ਪ੍ਰਾਪਤ ਕਰ ਵੀ ਲਿਆ, ਮੌਤ ਆ ਗਈ, ਇਹ ਸਾਰਾ ਗਿਆਨ ਖਤਮ। ਪਰ ਜਿਹੜਾ ਆਤਮ ਮੰਡਲ ਦੀ ਅਸੀਂ ਖੋਜ ਕਰਕੇ ਅਨੁਭਵੀ ਗਿਆਨ ਪ੍ਰਾਪਤ ਕਰਦੇ ਹਾਂ, ਜੇ ਕਿਸੇ ਵਜ੍ਹਾ ਨਾਲ ਆਪਣੀ ਆਤਮਿਕ ਮੰਜ਼ਿਲ ਤੇ ਨਾ ਵੀ ਪਹੁੰਚੀਏ ਤਾਂ ਅਗਲੇ ਜਨਮਾਂ ਵਿੱਚ ਵੀ ਇਹ ਅਨੁਭਵੀ ਗਿਆਨ ਸਾਡੀ ਰੂਹ ਦੇ ਨਾਲ ਜਾਂਦਾ ਹੈ। ਸਿਰਫ ਨਾਲ ਹੀ ਨਹੀਂ ਜਾਂਦਾ, ਬਲਕਿ ਅਗਲੇ ਜਨਮਾਂ ਵਿੱਚ ਵੀ ਸਾਡੀ ਅਗਵਾਈ ਕਰਦਾ ਹੈ ਤੇ ਸਹਾਇਕ ਹੁੰਦਾ ਹੈ। ਇੱਕ ਹੋਰ ਫਰਕ ਕਿ ਬੁੱਧੀ ਦੁਆਰਾ ਅਸੀਂ ਕੁਦਰਤ ਦੇ ਕਿਸੇ ਇੱਕ ਨੁਕਤੇ ਦੀ ਖੋਜ ਕਰ ਸਕਦੇ ਹਾਂ। ਹਾਂਜੀ, ਜੇ ਪੜ੍ਹਾਈ ਵੀ ਕਰੀਏ ਡੂੰਘੀ ਕਿਸੇ ਇੱਕ ਨੁਕਤੇ ਦੀ ਖੋਜ ਕਰ ਸਕਦੇ ਹਾਂ, ਪਰ ਅਨੁਭਵੀ ਤਤ ਗਿਆਨ ਦੁਆਰਾ ਲੋਕ ਪਰਲੋਕ ਦੀ ਸਮੁੱਚੀ ਸੋਝੀ ਅਥਵਾ ਗਿਆਨ ਹੋ ਜਾਂਦਾ ਹੈ। ਜੇ ਅੰਤਰਮੁਖੀ ਅਸੀਂ ਖੋਜ ਕਰਦੇ ਹਾਂ, ਜਦੋਂ ਅਨੁਭਵੀ ਤਤ ਗਿਆਨ ਪ੍ਰਾਪਤ ਹੋ ਗਿਆ, ਉਸ ਦੁਆਰਾ ਤਾਂ ਇੱਕ ਨੁਕਤਾ ਤਾਂ ਇੱਕ ਪਾਸੇ ਰਿਹਾ, ਇਸ ਲੋਕ ਦੀ ਸਮੁੱਚੇ ਤੇ ਪਰਲੋਕ ਦੀ ਵੀ ਸੋਝੀ ਹੋ ਜਾਂਦੀ ਹੈ। ਪਰ ਅਸੀਂ ਵਿਗਿਆਨਕ ਖੋਜਾਂ ਰਾਹੀਂ ਸ੍ਰਿਸ਼ਟੀ ਦੀ ਛਾਣਬੀਣ ਕਰਨ ਵਿੱਚ ਮਸਤ ਹਾਂ ਅਤੇ ਸ੍ਰਿਸ਼ਟੀ ਦੇ ਕਰਤੇ ਅਕਾਲ ਪੁਰਖ ਨੂੰ ਭੁਲਾਈ ਬੈਠੇ ਹਾਂ।
गुरबाणी इस संबंधी इਉਂ ताड़ना करती है। त्रै गुण पढ़े हर तत न जाने, मूलों भूले गुर शब्द न पछाणे। माया धारी अत अन्ना बोला, शब्द न सुनई बोरोल कचोला। मूर्ख शब्द न चीनई, सूझबूझ न काए। पर इसका मतलब ये नहीं कि असी विज्ञान की खोज नहीं करनी। जिन्ना चिर असी इस दुनिया में विचरते हाँ, अपने जीवन के सुख आराम लिए हर किस्म का उद्यम करना है। हाँ, मायकी ज्ञान विज्ञान की पढ़ाई जां खोज दे नाल नाल अपने करता काल पुरख नूं भी सिमरन द्वारा याद रखना है अते उसकी रची हुई कुदरत नूं विचार के उस तो बलिहारे जाना है। पर असी बाहर मुखी पाठ पूजा कर्म क्रिया आदि विच ही मस्त हाँ। हाँ जी, ये मायकी पढ़ाई दे नाल नाल असी अंतरमुखी हो के सिमरन द्वारा परमात्मा नूं भी याद रखना है। पर असी सिर्फ बाहर मुखी पाठ पूजा कर्म क्रिया आदि विच ही मस्त हाँ। मन नूं अंतरमुखी करन दी सानू सोझी ही नहीं, फिर जाच ही नहीं, तीसरा लोड़ ही नहीं पासदी। फिर दोहरा दईए कि असी सिर्फ बाहर मुखी पाठ पूजा अते कर्म क्रिया विच आदि विच ही मस्त हाँ। मन नूं अंतरमुखी करन दी सानू सोझी ही नहीं, जाच ही नहीं ते लोड़ ही नहीं। सो मायकी रचना दे ए खोजी, ए ज्ञानी, ए विज्ञानी, ए फिलासफर तां बेअंत मिलदे हन। पर अंतर आत्मे शब्द सुरत दा खोजी कोई विरला ही हुंदा है। हाँ जी, ए मायकी रचना दे खोजी, ए ज्ञानी, ए विज्ञानी, ए फिलासफर तां बेअंत मिलदे हन। पर अंतर आत्मे शब्द सुरत दा खोजी कोई विरला ही हुंदा है। ऐसे जन विरले संसारे, गुर शब्द विचारे रहे निरारे। ते विरले संसार विच शब्द सुरत होए मिर्ग मरन दे। रागनाद सबको सुने, शब्द सुरत समझे विरलोई। गुर का शब्द को विरला बूझे, आप मारे तां त्रिभुवन सूझे। आप मारे तां त्रिभुवन सूझे। सो अकाल पुरख दा स्वरूप आत्म प्रकाश है, जो शब्द या नाम द्वारा कायनात विच प्रकाशित अते प्रवृत्त हो रहा है। माया दे घोर अंधकार विच जद कदे साध संगत विच विचरदियां होयां सिमरन करदियां साडे उन मन उते आत्म प्रकाश दी लिश्क पैंदी है, तां साडे हिरदे विच अनुभवी ज्ञान प्रज्वलित हुंदा है। इन्हां आत्म प्रकाश दे चलकारियां द्वारा तत् शब्द नूं बुझना, सीजना, चीनना, पहचानना, मानना ही अनुभवी तत् ज्ञान है। आत्म प्रकाश दे मंडल दे इन्हां चलकारियां नूं समझना बुझना ये साडी सीमत बुद्धि दे दायरे तो परे दी गल है। हाँ जी, ये आत्म प्रकाश दे मंडल दे चलकारियां नूं सीमत बुद्धि नाल समझना, ये समझना बुझना ये बुद्धि दे दायरे तो परे दी गल है। पढ़िए गुणिए नाम सब सुनिए, अनपौ भाव न दरसै। लोहा कंचन हिरन होए कैसे, जो पार से न परसे। चीनत चीत निरंजन लाया, कहो कबीर तव अनुभव पाया। गुर प्रसादी जानिए तव अनुभव पावे। शब्द सुरत लिवलीन होए, अनपव अकड़ कढ़ाए गहना। सो गुरबाणी आत्म प्रकाश दे अनुभव विचों उचरी गई है। इसलिए गुरबाणी दा तत्सार अंतरीव भाव साडी सीमत बुद्धि दी छाणबीण समझ अते पकड़ तो परे है। इसे कारण असी गुरबाणी दे गुज्जे भावां ते भेदां दा आत्मक रस रंग माणन तो असमर्थ हां, क्योंकि गुरबाणी आत्म प्रकाश दे अनुभव विचों उचरी गई है। इसलिए गुरबाणी दा तत्सार या अंतरीव भाव साडी सीमत बुद्धि दी छाणबीण समझ अते पकड़ तो परे है।
ਇਸੇ ਕਾਰਨ ਅਸੀਂ ਗੁਰਬਾਣੀ ਦੇ ਗੁੱਝੇ ਭਾਵਾਂ ਤੇ ਭੇਦਾਂ ਦਾ ਆਤਮਿਕ ਰੰਗ ਰਸ ਮਾਨਣ ਤੋਂ ਅਸਮਰੱਥ ਹਾਂ। ਅਸੀਂ ਆਪੋ ਆਪਣੀ ਬੁੱਧੀ ਅਨੁਸਾਰ ਗੁਰਬਾਣੀ ਦੇ ਅਖਰੀ ਅਰਥ ਜਾਂ ਭਾਵ ਦੇ ਓਪਰੇ ਜੇ ਵਿਚਾਰ ਨਾਲ ਹੀ ਸੰਤੁਸ਼ਟ ਹਾਂ। ਇਸ ਭੁਲੇਖੇ ਬਾਬਤ ਗੁਰਬਾਣੀ ਇਉਂ ਤਾੜਨਾ ਕਰਦੀ ਹੈ, ਸ਼ਬਦ ਨਾ ਚੀਨੈ ਕਥਨੀ ਬਦਨੀ ਕਰੈ ਬਿਖਿਆ ਮਾਹੇ ਸਮਾਨ। एक शब्द तू चीने नाही फिर जोनी आवेगा। शब्द न जाने से अन्ने बोले से कित आए संसारा। पढ़े मनमुख पर बिद नहीं जाना, नाम न बूझे परम पुलाना। पर आम तौर ते असी अपनी अल्पग बुद्धि नाल ਇਹ ਸ਼ਬਦ ਦੇ ਅਖਰੀ ਸਰੂਪ ਨੂੰ ਹੀ ਸੁਣਨ ਸਮਝਣ ਵਿਚਾਰਨ ਨਾਲ ਸੰਤੁਸ਼ਟ ਹੋ ਜਾਂਦੇ ਹਾਂ। ਆਮ ਤੌਰ ਤੇ ਅਸੀਂ ਆਪਣੀ ਅਲਪਗ ਬੁੱਧੀ ਨਾਲ ਇਸ ਸ਼ਬਦ ਦੇ ਸਿਰਫ ਅਖਰੀ ਸਰੂਪ ਨੂੰ ਹੀ ਸੁਣਨ ਸਮਝਣ ਤੇ ਵਿਚਾਰਨ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਾਂ। ਪਰ ਅਸਲ ਵਿੱਚ ਇਹ ਤਤ ਸ਼ਬਦ ਦਾ ਕੋਈ ਗੁੱਝਾ ਭੇਦ ਹੈ ਜਿਸ ਨੂੰ ਕੇਵਲ ਅਨੁਭਵ ਦੁਆਰਾ ਹੀ ਜਾਣਿਆ, ਬੁੱਝਿਆ, ਚੀਨਿਆ, ਸੀਜਿਆ, ਪਹਿਚਾਣਿਆ, ਵਿਚਾਰਿਆ, ਕਮਾਇਆ, ਧਿਆਇਆ, ਵਸਾਇਆ, ਪਿਆਰਿਆ ਤੇ ਪਹੁੰਚਿਆ ਜਾ ਸਕਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਗੁਰਬਾਣੀ ਦੇ ਅਖਰੀ ਅਤੇ ਭਾਵ ਅਰਥ ਨਹੀਂ ਸਮਝਣੇ। ਸਰਗੁਣ ਦੁਨੀਆ ਵਿੱਚ ਵਿਚਰਦੇ ਹੋਏ ਅਸੀਂ ਗੁਰਸ਼ਬਦ ਦੇ ਅਖਰੀ ਸਰੂਪ ਗੁਰਬਾਣੀ ਦੇ ਲੜ ਲੱਗਣਾ ਹੈ ਅਤੇ ਭਾਵ ਭਾਵਨੀ ਨਾਲ ਉਸ ਦਾ ਪਾਠ, ਕੀਰਤਨ ਤੇ ਵਿਚਾਰ ਵੀ ਕਰਨੀ ਹੈ, ਜੋ ਕਿ ਆਤਮਿਕ ਪੰਧ ਲਈ ਅਤ ਜ਼ਰੂਰੀ ਹੈ। ਪਰ ਜਿਸ ਆਤਮ ਪ੍ਰਕਾਸ਼ ਵਿੱਚੋਂ ਗੁਰਬਾਣੀ ਉਤਰੀ ਹੈ ਉਸ ਅਨੁਭਵੀ ਦੇਸ਼ ਅਥਵਾ ਪ੍ਰਕਾਸ਼ਨ ਮੰਡਲ ਵੱਲ ਲੈ ਜਾਣ ਲਈ ਸਤਸੰਗਤ ਅਤੇ ਸਿਮਰਨ ਹੀ ਕਾਰਗਰ ਸਾਧਨ ਹਨ। ਇਸ ਲਈ ਸਾਡੇ ਲਈ ਇਹਨਾਂ ਦੋਹਾਂ ਮਾਨਸਿਕ ਤੇ ਆਤਮਿਕ ਮੰਡਲਾਂ ਦੇ ਸਾਧਨਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਹਾਂਜੀ, ਜਿੱਥੇ ਮਾਨਸਿਕ ਮੰਡਲ ਦੇ ਸਾਧਨ ਕਰਨੇ ਹਨ ਉੱਥੇ ਆਤਮਿਕ ਮੰਡਲ ਦਾ ਸਾਧਨ ਵੀ ਕਰਨਾ ਹੈ। ਇਹਨਾਂ ਦੋਨਾਂ ਮਾਨਸਿਕ ਤੇ ਆਤਮਿਕ ਮੰਡਲਾਂ ਦੇ ਸਾਧਨ ਦਾ ਗਿਆਨ ਹੋਣਾ ਲਾਜ਼ਮੀ ਹੈ। ਕੀ ਮਾਨਸਿਕ ਮੰਡਲ ਦਾ ਸਾਧਨ? ਕਿ ਅਸੀਂ ਸਰਗੁਣ ਦੁਨੀਆ ਵਿੱਚ ਵਿਚਰਦੇ ਹੋਏ ਗੁਰਸ਼ਬਦ ਦੇ ਅਖਰੀ ਸਰੂਪ ਗੁਰਬਾਣੀ ਦੇ ਲੜ ਵੀ ਲੱਗਣਾ ਹੈ ਅਤੇ ਭਾਵ ਭਾਵਨੀ ਨਾਲ ਉਸ ਦਾ ਪਾਠ, ਕੀਰਤਨ ਤੇ ਵਿਚਾਰ ਵੀ ਕਰਨੀ ਹੈ, ਜੋ ਕਿ ਆਤਮਿਕ ਪੰਧ ਲਈ ਅਤ ਜ਼ਰੂਰੀ ਹੈ। ਪਰ ਆਤਮਿਕ ਮੰਡਲ ਦਾ ਸਾਧਨ ਕੀ ਹੈ? ਕਿ ਜਿਸ ਆਤਮਿਕ ਪ੍ਰਕਾਸ਼ ਵਿੱਚੋਂ ਗੁਰਬਾਣੀ ਉਤਰੀ ਹੈ ਉਸ ਅਨੁਭਵੀ ਦੇਸ਼ ਅਥਵਾ ਪ੍ਰਕਾਸ਼ ਮੰਡਲ ਵੱਲ ਲੈ ਜਾਣ ਲਈ ਸਤਸੰਗਤ ਅਤੇ ਸਿਮਰਨ ਹੀ ਇਹ ਕਾਰਗਰ ਸਾਧਨ ਹਨ। ਸੋ ਇਸ ਲਈ ਸਾਡੇ ਲਈ ਇਹਨਾਂ ਦੋਹਾਂ ਮਾਨਸਿਕ ਤੇ ਆਤਮਿਕ ਮੰਡਲਾਂ ਦੇ ਸਾਧਨਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਪਰ ਮਾਨਸਿਕ ਦਿਮਾਗੀ ਗਿਆਨ ਅਤੇ ਸਰੀਰਕ ਕਾਲਨਾਵਾਂ ਨੂੰ ਹੀ ਧਾਰਮਿਕ ਮੰਜ਼ਿਲ ਦੀ ਟੀਸੀ ਸਮਝ ਲੈਣਾ ਇਹ ਸਾਡਾ ਭਰਮ ਹੈ। ਹਾਂਜੀ, ਦਿਮਾਗ ਨਾਲ ਸਾਰੀ ਰਸਤੇ ਦੀ ਸੋਝੀ ਸਮਝ ਲੈਣੀ ਤੇ ਫਿਰ ਆਪਣੇ ਜੀਵਨ ਨੂੰ ਸਿਰਫ ਸਰੀਰਕ ਕਾਲਨਾਵਾਂ ਤੱਕ ਸੀਮਤ ਰੱਖਣਾ, ਅੰਤਰਮੁਖੀ ਨਾ ਹੋਣਾ, ਇਹ ਸਾਡਾ ਭਰਮ ਹੈ। ਫਿਰ ਦੁਹਰਾ ਦਈਏ ਕਿ ਮਾਨਸਿਕ ਦਿਮਾਗੀ ਗਿਆਨ ਅਤੇ ਸਰੀਰਕ ਕਾਲਨਾਵਾਂ ਨੂੰ ਹੀ ਧਾਰਮਿਕ ਮੰਜ਼ਿਲ ਦੀ ਟੀਸੀ ਸਮਝ ਲੈਣਾ ਇਹ ਸਾਡਾ ਭਰਮ ਹੈ। ਅਸਲ ਵਿੱਚ ਆਤਮਿਕ ਮੰਡਲ ਲਈ ਸਰੀਰਕ ਤੇ ਇਹ ਮਾਨਸਿਕ ਕਾਲਣਾ ਇਹ ਦੋਨੋਂ ਸਾਧਨ ਹਨ, ਪੂਰਨਤਾ ਨਹੀਂ। ਸਾਡੀ ਮੰਜ਼ਿਲ ਤਾਂ ਸ਼ਬਦ ਸੁਰਤ ਦਾ ਮੇਲ ਹੈ ਅਥਵਾ ਸਾਡੀ ਸੂਖਮ ਸੁਰਤ ਨੇ ਤਤ ਸ਼ਬਦ ਵਿੱਚ ਲਿਵਲੀਨ ਹੋਣਾ ਹੈ। ਯਾਨੀ ਸ਼ਬਦ ਸੁਰਤ ਦੇ ਮੇਲ ਦੁਆਰਾ ਹੀ ਅਨਹਦ ਧੁਨੀ ਨੂੰ ਅਨੁਭਵ ਦੁਆਰਾ ਸੁਣਨਾ ਹੈ। ਸਾਡੀ ਮੰਜ਼ਿਲ ਸ਼ਬਦ ਸੁਰਤ ਦਾ ਮੇਲ ਹੈ, ਯਾਨੀ ਸਾਡੀ ਸੂਖਮ ਸੁਰਤ ਨੇ ਤਤ ਸ਼ਬਦ ਵਿੱਚ ਲਿਵਲੀਨ ਹੋਣਾ ਹੈ, ਅਰਥਾਤ ਸ਼ਬਦ ਸੁਰਤ ਦੇ ਮੇਲ ਦੁਆਰਾ ਹੀ ਅਨਹਦ ਧੁਨੀ ਨੂੰ ਅਨੁਭਵ ਦੁਆਰਾ ਸੁਣਨਾ ਹੈ। ਸਿੱਧ ਗੋਸ਼ਟ ਵਿੱਚ ਸਿੱਧਾਂ ਦੇ ਇਸ ਪ੍ਰਸ਼ਨ ਤੇਰਾ ਕੌਣ ਗੁਰੂ ਜਿਸਕਾ ਤੂੰ ਚੇਲਾ ਦੇ ਸੰਬੰਧ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਉੱਤਰ ਦਿੱਤਾ ਕਿ ਸ਼ਬਦ ਗੁਰੂ ਸੁਰਤ ਤੋਂ ਚੇਲਾ, ਅਰਥਾਤ ਮੇਰਾ ਗੁਰੂ ਸ਼ਬਦ ਹੈ ਤੇ ਸ਼ਬਦ ਗੁਰੂ ਵਿੱਚ ਸੁਰਤ ਜੋੜਨਾ ਹੀ ਚੇਲਾ ਬਣਨਾ ਹੈ। ਹਾਂਜੀ, ਜੇ ਸਾਡਾ ਗੁਰੂ ਸ਼ਬਦ ਹੈ ਤਾਂ ਉਸ ਦਾ ਚੇਲਾ ਕਿਵੇਂ ਬਣੀਦਾ ਹੈ?
उस शब्द गुरु विच सुरत जोड़ना ही चेला बनना है। जिस तरह सर्प बीन दे राग दी धुनी विच मस्त होके उस धुनी दे मगर मगर मौलदा फिरदा है, जां मोर बदलां दी गरज सुन के खुशी विच पहला पाउंदा है, उसे तरह जगियासू ने भी शब्द सुरत दी कमाई द्वारा अनहद धुनी विच मस्त होना है। जिवें मोर बदलां दी गरज सुन के खुशी विच पहला पाउंदा है, उसे तरह जगियासू ने भी शब्द सुरत दी कमाई द्वारा अनहद धुनी विच मस्त होना है। जद मन अनहद धुनी सुनदा है तां विस्मादी अश्चर्ज रस माणदा है अते वाह वाह दे आत्मक ढोले उत्ते चढ़ के वो किसी विस्मादी रंग विच कह उड़दा है, मायरी पेख रही विस्माद अनहद धुनी मेरा मन मोयो अचरज तां के स्वाद। अनहदो अनहद वाजै रुण चुणकारे राम, मेरा मन राता लाल प्यारो राम। देखो अचरज पया जै ठाकुर को सुनत अगाध बोध, सो हृदय गुरदया। सो ए अनहद धुनी साडे अंतर आत्मे गुप्त तौर ते आत्मक डूंघियाइयां विच सदा एक रस गूंजदी है। हाँ जी, ये अनहद धुनी साडे अंतर आत्मे गुप्त तौर ते आत्मक डूंघियाइयां विच सदा एक रस गूंजदी है। ये अनहद धुनी ही वो शब्द है ते ये तत् शब्द ही गुरु है ते इसे विच सुरत जोड़ना ही चेला बनना है। सो माया विच गलतान होई सुरत ये साडे बाहरमुखी जीव दा करतब है, पर शब्द सुरत दी कमाई ये अंतरमुखी आत्मा दी निराली खेल है। क्योंकि जिहड़ा तत् शब्द अनहद धुनी है वो तां साडी आत्मा दी डूंघियाइयां विच एक रस गूंज रहा है। सो ये शब्द सुरत दी जिहड़ी कमाई है ये भी अंतरमुखी आत्मा दी निराली खेल है। रुण चुणो शब्द अनाहद नित उठ गाइए संतन के, तिन करते एक चलत उपाया, अनहद बाणी शब्द सुनाया। 52 अक्षर लोग त्रै, सब किछ इन्हीं माए, ए अखर खिर जाएंगे ओए अखर इनमें नाहे। जहां बोलते अक्षर आवा, जै अबोलते मन न रहावा। बोल अबोल मद है सोई, जस ओ है तस लखे न कोई। वाहिगुरु गुर शब्द लै, पिरम प्याला चुप चबोला। कहबे को शोभा नहीं, देखा ही परमान। सो ए सूक्ष्म तत् शब्द ही इलाही होंद दा प्रगटावा है, प्रतीक है, प्रकाश है। ये सूक्ष्म तत् शब्द ही इलाही होंद दा सबूत है, निशान है। सो शब्द अते नाम ये आत्मक प्रकाश दे प्रतीक अते प्रगटावे हन। शब्दे ही नाम उपजे, शब्दे मेल मिलाया। अनहद बाणी गुर शब्द जानी, हर नाम हर रस पोगो। गुर कै शब्द हर नाम वखाणे, गुरबाणी वरती जग अंतर। इस बाणी ते हर नाम पाएंदा। ये इलाही तत् शब्द अपने सोमे निरंकार वांग अत सूक्ष्म अते अरूप है। ये इलाही तत् शब्द अपने सोमे निरंकार दी तरह अत सूक्ष्म अते अरूप है। ऐसी सूक्ष्म वस्तु नू उसे सूक्ष्मताई दी पद्धर उते ही पकड़िया जां अनुभव किया जा सकता है। इसलिए तत् शब्द नू पकड़न लई अथवा शब्द नाल मेलन लई साड़ी सुरत भी उससे सूक्ष्म पद्धर वाली होनी चाहिए है। जितना सूक्ष्म तत् शब्द है साड़ी सुरत भी उतनी सूक्ष्मताई वाली होवेगी ताई उसनू पकड़ सकेगी। सो फिर दोहरा दईए, इसलिए तत् शब्द नू पकड़न लई अथवा शब्द नाल मेलन लई साड़ी सुरत भी उससे ही सूक्ष्म पद्धर वाली होनी चाहिए है।
ਜਿਵੇਂ ਜਲੰਧਰ ਰੇਡੀਓ ਸਟੇਸ਼ਨ ਅਤੇ ਸਾਡੇ ਰੇਡੀਓ ਸਟੇਸ਼ਨ ਦੇ ਮੀਟਰ ਸਾਈਕਲ ਇੱਕੋ ਪੱਧਰ ਜਾਂ ਨੰਬਰ ਉੱਤੇ ਹੋਣ ਤਾਂ ਹੀ ਇਹਨਾਂ ਦੋਹਾਂ ਦਾ ਮੇਲ ਹੋ ਸਕਦਾ ਹੈ ਅਤੇ ਜਲੰਧਰ ਰੇਡੀਓ ਸਟੇਸ਼ਨ ਦੀ ਆਵਾਜ਼ ਸਾਡੇ ਰੇਡੀਓ ਤੇ ਸੁਣੀ ਜਾ ਸਕਦੀ ਹੈ। ਸੋ ਸੂਖਮ ਸੁਰਤ ਵਿੱਚ ਹੀ ਇਹ ਸਮਰੱਥਾ ਹੈ ਕਿ ਇਹ ਰੱਬੀ ਭੈ, ਰੱਬੀ ਵਿਸਮਾਦ, ਦੈਵੀ ਪ੍ਰੇਮ, ਅਨਹਦ ਨਾਦ ਤੇ ਨਾਮ ਧੁਨ ਨੂੰ ਅਨੁਭਵ ਦੁਆਰਾ ਮਾਣਦਿਆਂ ਹੋਇਆਂ ਤ੍ਰੈਗੁਣੀ ਮਾਇਆ ਦੀਆਂ ਹੱਦਾਂ ਨੂੰ ਪਾਰ ਕਰਕੇ ਤਤ ਸ਼ਬਦ ਵਿੱਚ ਸਮਾ ਸਕਦੀ ਹੈ। ਇਹ ਸਮਰੱਥਾ ਸਿਰਫ ਸੂਖਮ ਸੁਰਤ ਵਿੱਚ ਹੈ ਕਿ ਇਹ ਸੂਖਮ ਸੁਰਤ ਹੀ ਰੱਬੀ ਭੈ, ਰੱਬੀ ਵਿਸਮਾਦ, ਦੈਵੀ ਪ੍ਰੇਮ, ਅਨਹਦ ਨਾਦ ਜਾਂ ਨਾਮ ਧੁਨ ਨੂੰ ਅਨੁਭਵ ਦੁਆਰਾ ਮਾਣਦਿਆਂ ਹੋਇਆਂ ਤ੍ਰੈਗੁਣੀ ਮਾਇਆ ਦੀਆਂ ਹੱਦਾਂ ਨੂੰ ਪਾਰ ਕਰਕੇ ਤਤ ਸ਼ਬਦ ਵਿੱਚ ਸਮਾ ਸਕਦੀ ਹੈ। ਪਰ ਇਹ ਸੂਖਮ ਸੁਰਤ ਦੀ ਦਾਤ ਇਹ 84 ਲੱਖ ਜੂਨਾਂ ਵਿੱਚੋਂ ਸਿਰਫ ਮਨੁੱਖ ਨੂੰ ਹੀ ਮਿਲੀ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਹੱਥ ਪੈਰ ਦੇ ਦਾਤ ਕਰ ਸ਼ਬਦ ਸੁਰਤ ਸ਼ੁਭ ਦ੍ਰਿਸ਼ਟ ਦੁਆਰੇ। ਸੋ ਜਿਵੇਂ ਸ਼ਬਦ ਸੰਸਾਰ ਤੇ ਨਿਰੰਕਾਰ ਦੇ ਵਿਚਕਾਰ ਇੱਕ ਪੁਲ ਹੈ, ਉਸੇ ਤਰ੍ਹਾਂ ਸੁਰਤ ਵੀ ਸੂਖਮ ਤਤ ਸ਼ਬਦ ਅਤੇ ਅਸਥੂਲ ਅਖਰੀ ਸ਼ਬਦ ਦੇ ਵਿਚਕਾਰ ਉਲੱਥਾਕਾਰ ਹੈ। ਇਹ ਸੂਖਮ ਤਤ ਸ਼ਬਦ ਨੂੰ ਅਨੁਭਵ ਕਰਕੇ ਅਸਥੂਲ ਦ੍ਰਿਸ਼ਟਮਾਨ ਅੱਖਰਾਂ ਵਿੱਚ ਬਿਆਨ ਕਰ ਸਕਦੀ ਹੈ। ਜਿਵੇਂ ਕਿ ਗੁਰਬਾਣੀ ਜਦ ਗੁਰੂ ਸਾਹਿਬਾਨਾਂ ਨੂੰ ਤਤ ਸ਼ਬਦ ਅੰਤਰਾਤਮੇ ਅਨੁਭਵ ਹੋਇਆ, ਉਹਨਾਂ ਨੇ ਜੋ ਉਸ ਦਾ ਉਚਾਰਨ ਕੀਤਾ ਅੱਖਰਾਂ ਵਿੱਚ, ਉਸ ਨੂੰ ਕਿਹਾ ਗਿਆ ਗੁਰਬਾਣੀ। ਸੋ ਇਹ ਸੂਖਮ ਤਤ ਸ਼ਬਦ ਵਿੱਚ ਹੀ ਸਮਰੱਥਾ ਹੈ, ਸੂਖਮ ਸੁਰਤ ਵਿੱਚ ਹੀ ਇਹ ਸਮਰੱਥਾ ਹੈ ਕਿ ਇਹ ਤਤ ਸ਼ਬਦ ਨੂੰ ਅਨੁਭਵ ਕਰਕੇ ਇਸ ਨੂੰ ਅਸਥੂਲ ਦ੍ਰਿਸ਼ਟਮਾਨ ਅੱਖਰਾਂ ਵਿੱਚ ਬਿਆਨ ਕਰ ਸਕਦੀ ਹੈ। ਇਸੇ ਤਰ੍ਹਾਂ ਫਿਰ ਇਹ ਅਸਥੂਲ ਦ੍ਰਿਸ਼ਟਮਾਨ ਅੱਖਰੀ ਗੁਰਬਾਣੀ ਵਿੱਚ ਦਰਸਾਏ ਦੈਵੀ ਗੁਣਾਂ ਨੂੰ ਅੰਤਰ ਆਤਮੇ ਅਨੁਭਵ ਕਰਕੇ ਆਤਮਕ ਰਸ ਰੰਗ ਵੀ ਮਾਣ ਸਕਦੀ ਹੈ। ਹਾਂਜੀ, ਇਹ ਸੂਖਮ ਸੁਰਤ ਤਤ ਸ਼ਬਦ ਨੂੰ ਅਨੁਭਵ ਕਰਕੇ ਅੱਖਰਾਂ ਵਿੱਚ ਬਿਆਨ ਕਰ ਸਕਦੀ ਹੈ ਤੇ ਇਹ ਅੱਖਰੀ ਗੁਰਬਾਣੀ ਨੂੰ ਵੀ ਸੁਣ ਕੇ ਉਸੇ ਸੂਖਮਤਾਈ ਵਿੱਚ ਫਿਰ ਜਾ ਪਹੁੰਚ ਸਕਦੀ ਹੈ। ਉਸ ਵਿੱਚ ਸਮਰੱਥਾ ਹੈ। ਸੋ ਸੁਰਤ ਹੀ ਨਿਰੰਕਾਰ ਅਤੇ ਸੰਸਾਰ ਵਿਚਕਾਰ ਤਤ ਸ਼ਬਦ ਰੂਪੀ ਪੁਲ ਨੂੰ ਅਨੁਭਵ ਕਰਕੇ ਜੀਵ ਨੂੰ ਮਾਇਕੀ ਭਾਵ ਸਾਗਰ ਤੋਂ ਪਾਰ ਕਰਾ ਸਕਦੀ ਹੈ। ਹਾਂਜੀ, ਇਹ ਸੁਰਤ ਵਿੱਚ ਹੀ ਸਮਰੱਥਾ ਹੈ ਕਿ ਸੁਰਤ ਹੀ ਨਿਰੰਕਾਰ ਅਤੇ ਸੰਸਾਰ ਵਿਚਕਾਰ ਇਹ ਤਤ ਸ਼ਬਦ ਰੂਪੀ ਪੁਲ ਨੂੰ ਅਨੁਭਵ ਕਰਕੇ ਜੀਵ ਨੂੰ ਇਸ ਮਾਇਕੀ ਭਾਵ ਸਾਗਰ ਤੋਂ ਪਾਰ ਕਰਾ ਸਕਦੀ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਾਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਪਰ ਇਸ ਅੰਤਰਮੁਖੀ ਸੂਖਮ ਖੇਲ ਨੂੰ ਕੇਵਲ ਸਾਧ ਸੰਗਤ ਅਤੇ ਗੁਰ ਪ੍ਰਸਾਦ ਦੁਆਰਾ ਸਿਮਰਨ ਕਰਕੇ ਹੀ ਜਾਣਿਆ, ਬੁੱਝਿਆ ਤੇ ਮਾਣਿਆ ਜਾ ਸਕਦਾ ਹੈ। ਹਾਂਜੀ, ਇਸ ਅੰਤਰਮੁਖੀ ਸੂਖਮ ਖੇਲ ਨੂੰ ਕੇਵਲ ਸਾਧ ਸੰਗਤ ਅਤੇ ਗੁਰ ਪ੍ਰਸਾਦ ਦੁਆਰਾ ਸਿਮਰਨ ਤਾਂ ਕਰਨਾ ਹੈ, ਪਰ ਸਾਧ ਸੰਗਤ ਅਤੇ ਗੁਰ ਪ੍ਰਸਾਦ ਦੁਆਰਾ ਸਿਮਰਨ ਕਰਕੇ ਹੀ ਬੁੱਝਿਆ, ਜਾਣਿਆ ਅਤੇ ਮਾਣਿਆ ਜਾ ਸਕਦਾ ਹੈ। ਇਸ ਨੁਕਤੇ ਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਇਉਂ ਦਰਸਾਉਂਦੀਆਂ ਹਨ। ਸ਼ਬਦ ਸੁਰਤ ਲਿਵ ਸਾਵਧਾਨ, ਗੁਰਮੁਖ ਪੰਥ ਚਲੈ ਭਗਤਾਰੈ। ਸ਼ਬਦ ਸੁਰਤ ਲਿਵ ਸਾਧ ਸੰਗ, ਗੁਰ ਕਿਰਪਾ ਤੇ ਅੰਦਰ ਆਣੇ। ਸਾਧ ਸੰਗਤ ਗੁਰ ਸ਼ਬਦ ਕਮਾਈ, ਸਾਧ ਸੰਗਤ ਗੁਰ ਸ਼ਬਦ ਵਿਲੋਵੈ। ਹਾਂਜੀ, ਜਦ ਕਦੇ ਸਾਧ ਸੰਗਤ ਵਿੱਚ ਸਿਮਰਨ ਕਰਦਿਆਂ ਮਨ ਨਿਰਮਲ ਹੁੰਦਾ ਹੈ ਤਾਂ ਇਸ ਉੱਤੇ ਗੁਰਬਾਣੀ ਦੀਆਂ ਅੰਤਰੀਵ ਸੂਖਮ ਭਾਵਨਾਵਾਂ ਦੀ ਲਿਸ਼ਕ ਪੈਂਦੀ ਹੈ, ਛੋਹ ਲੱਗਦੀ ਹੈ। ਹਾਂਜੀ, ਸਾਧ ਸੰਗਤ ਵਿੱਚ ਸਿਮਰਨ ਕਰਦਿਆਂ ਜਦੋਂ ਮਨ ਨਿਰਮਲ ਹੋ ਜਾਂਦਾ ਹੈ ਤਾਂ ਗੁਰਬਾਣੀ ਦੀਆਂ ਜਿਹੜੀਆਂ ਅੰਤਰੀਵ ਸੂਖਮ ਭਾਵਨਾਵਾਂ ਹਨ ਉਸ ਦੀ ਚੋਟ ਲੱਗਦੀ ਹੈ। ਜਿਉ ਜਾਣੇ ਹੁੰਦਾ ਹੈ ਤਾਂ ਸਾਡਾ ਉਨਮਨ ਹੋ ਕੇ ਸੂਖਮ ਸੁਰਤੀ ਦੁਆਰਾ ਨਾਮ ਸ਼ਬਦ ਜੀਵਨ ਰਹੁ ਹੁਕਮ ਨੂੰ ਬੁੱਝ ਕੇ, ਜਾਣ ਕੇ, ਪਹਿਚਾਣ ਕੇ ਅਨੁਭਵ ਕਰਦਾ ਤੇ ਮਾਣਦਾ ਹੈ। ਸੋ ਮਨ ਦੀਆਂ ਸੁਰਤੀਆਂ ਬਿਰਤੀਆਂ ਨੂੰ
ਮਾਇਕੀ ਮੰਡਲ ਤੋਂ ਮੋੜ ਕੇ ਇਕਾਗਰ ਚਿੱਤ ਹੋ ਕੇ ਅਗਿਆਨਤਾ ਦੇ ਅੰਧ ਗੁਬਾਰ ਨੂੰ ਚੀਰ ਕੇ ਭੁੱਲ ਵਿੱਚੋਂ ਨਿਕਲ ਕੇ ਯਾਦ ਵਿੱਚ ਸਿਮਰਨ ਕਰਕੇ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਗੁਰਪ੍ਰਸਾਦ ਤੇ ਨਦਰ ਕਰਮ ਦੁਆਰਾ ਸ਼ਬਦ ਸੁਰਤ ਦਾ ਮੇਲ ਹੁੰਦਾ ਹੈ। ਹਾਂਜੀ, ਫਿਰ ਦੁਹਰਾ ਦਈਏ ਕਿ ਮਨ ਦੀਆਂ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਕੇ ਤੇ ਇਕਾਗਰ ਚਿੱਤ ਹੋ ਕੇ, ਕਿਉਂਕਿ ਪਿੱਛੇ ਪੜਿਆ ਬਿਰਤੀਆਂ ਨੂੰ ਜਦੋਂ ਇਕਾਗਰ ਚਿੱਤ ਕਰਾਂਗੇ ਇੱਕ ਨੁਕਤੇ ਤੇ ਤਾਂ ਹੀ ਸੁਰਤ ਬਣੇਗੀ। ਸੋ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਕੇ ਇਕਾਗਰ ਚਿੱਤ ਹੋ ਕੇ ਅਗਿਆਨਤਾ ਦੇ ਅੰਧ ਗੁਬਾਰ ਨੂੰ ਚੀਰ ਕੇ ਭੁੱਲ ਵਿੱਚੋਂ ਨਿਕਲ ਕੇ ਯਾਦ ਵਿੱਚ ਸਿਮਰਨ ਕਰਕੇ ਫਿਰ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਗੁਰਪ੍ਰਸਾਦ ਤੇ ਨਦਰ ਕਰਮ ਦੁਆਰਾ ਹੀ ਸ਼ਬਦ ਸੁਰਤ ਦਾ ਮੇਲ ਹੁੰਦਾ ਹੈ। ਇਸ ਤਰ੍ਹਾਂ ਫਿਰ ਸਾਡੇ ਮਨ ਤਨ ਹਿਰਦੇ ਦਾ ਅੰਧ ਗੁਬਾਰ ਜਾਂ ਭਰਮ ਭੁਲਾਵਾ ਇਉਂ ਉੱਡ ਪੁੱਡ ਜਾਂਦਾ ਹੈ ਜਿਵੇਂ ਸੂਰਜ ਚੜ੍ਹਨ ਨਾਲ ਹਨੇਰ। ਗੁਰਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ। ਇਹੋ ਹੀ ਅੰਦਰਲੀ ਅਨੁਭਵੀ ਆਤਮਿਕ ਅਵਸਥਾ ਜਾਂ ਬੁੱਧ ਬਦਲੀ ਸਿੱਧ ਪਾਈ ਦਾ ਇਲਾਹੀ ਕਰਿਸ਼ਮਾ ਹੈ। ਹਾਂਜੀ, ਜਦੋਂ ਸੁਰਤ ਦੁਆਰਾ ਸਿਮਰਨ ਕਰਦਿਆਂ ਸਾਧ ਸੰਗਤ ਵਿੱਚ ਵਿਚਰਦਿਆਂ ਨਦਰ ਕਰਮ ਦੁਆਰਾ ਸ਼ਬਦ ਸੁਰਤ ਦਾ ਮੇਲ ਹੋ ਗਿਆ ਤੇ ਮਨ ਤਨ ਹਿਰਦੇ ਦਾ ਭਰਮ ਭੁਲਾਵਾ ਉੱਡ ਗਿਆ ਜਿਵੇਂ ਸੂਰਜ ਚੜ੍ਹਨ ਨਾਲ ਹਨੇਰ, ਤਾਂ ਇਹੋ ਹੀ ਅੰਦਰਲੀ ਅਨੁਭਵੀ ਆਤਮਿਕ ਅਵਸਥਾ ਜਾਂ ਬੁੱਧ ਬਦਲੀ ਸਿੱਧ ਪਾਈ ਦਾ ਇਲਾਹੀ ਕਰਿਸ਼ਮਾ ਹੈ, ਜਿਸ ਦੀ ਬਾਬਤ ਇਹ ਮਾਇਕੀ ਮੰਡਲ ਵਾਲੇ ਬਾਹਰਮੁਖੀ ਜੀਵਾਂ ਨੂੰ ਕੋਈ ਸੋਝੀ ਨਹੀਂ। ਹਾਂਜੀ, ਜਿਸ ਦੀ ਬਾਬਤ ਇਹ ਬਾਹਰਮੁਖੀ ਮਾਇਕੀ ਮੰਡਲ ਵਾਲੇ ਜੀਵਾਂ ਨੂੰ ਕੋਈ ਸੋਝੀ ਨਹੀਂ। ਸ਼ਬਦ ਸੁਰ ਦੇ ਮੇਲ ਦੁਆਰਾ ਗੁਰੂ ਦੀ ਕਿਰਪਾ ਸਦਕਾ ਜੀਵਾਂ ਨੂੰ ਸਾਰੀਆਂ ਆਤਮਿਕ ਬਰਕਤਾਂ ਨਸੀਬ ਹੋ ਜਾਂਦੀਆਂ ਹਨ, ਜਿਸ ਨਾਲ ਸਾਡੇ ਹਿਰਦੇ ਦੇ ਅੰਦਰ ਆਤਮਿਕ ਆਨੰਦ, ਪ੍ਰਭੂ ਪ੍ਰੇਮ ਤੇ ਸਦੀਵੀ ਸੁਖ ਦੀ ਠੰਡਕ ਵਰਤ ਜਾਂਦੀ ਹੈ। ਹਾਂਜੀ, ਸ਼ਬਦ ਸੁਰ ਦੇ ਮੇਲ ਦੁਆਰਾ ਗੁਰੂ ਦੀ ਕਿਰਪਾ ਸਦਕਾ ਜੀਵ ਨੂੰ ਸਾਰੀਆਂ ਆਤਮਿਕ ਬਰਕਤਾਂ ਨਸੀਬ ਹੋ ਜਾਂਦੀਆਂ ਹਨ, ਜਿਸ ਨਾਲ ਸਾਡੇ ਹਿਰਦੇ ਦੇ ਅੰਦਰ ਆਤਮਿਕ ਆਨੰਦ, ਪ੍ਰਭੂ ਪ੍ਰੇਮ ਤੇ ਸਦੀਵੀ ਸੁਖ ਦੀ ਠੰਡਕ ਵਰਤ ਜਾਂਦੀ ਹੈ। ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖਸਾਰ। ਸਾਧ ਸੰਗਤ ਸੰਸਾਰ ਵਿੱਚ ਸ਼ਬਦ ਸੁਰਤ ਲਿਵ ਸਹਿਜ ਬਿਲਾਸੀ। ਸ਼ਬਦ ਸੁਰਤ ਲਿਵ ਪਿਰਮ ਰਸ ਅਕਥ ਕਹਾਣੀ ਕਥੀ ਨਾ ਜਾਏ। ਸ਼ਬਦ ਸੁਰਤ ਲਿਵ ਲੀਣ ਹੋਏ ਦਰਗਹਿ ਮਾਣ ਨਿਮਾਣਾ ਪਾਏ। ਸੋ ਸ਼ਬਦ ਸੁਰ ਦੇ ਮੇਲ ਤੋਂ ਬਿਨਾਂ ਹੋਰ ਕੋਈ ਰਸਤਾ ਤਤ ਸ਼ਬਦ ਜਾਂ ਸ਼ਬਦ ਗੁਰੂ ਤੱਕ ਨਹੀਂ ਜਾਂਦਾ। ਹਾਂਜੀ, ਸ਼ਬਦ ਸੁਰ ਦੇ ਮੇਲ ਤੋਂ ਬਿਨਾਂ ਹੋਰ ਕੋਈ ਵੀ ਰਸਤਾ ਉਸ ਤਤ ਸ਼ਬਦ ਜਾਂ ਸ਼ਬਦ ਗੁਰੂ ਤੱਕ ਨਹੀਂ ਜਾਂਦਾ। ਸ਼ਬਦ ਸੁਰਤ ਬਿਨ ਆਵੈ ਜਾਵੈ ਪਤ ਖੋਈ ਆਵਤ ਜਾਤਾ ਹੈ। ਪਰ ਇਹ ਸ਼ਬਦ ਸੁਰਤ ਦੀ ਕਮਾਈ ਸੌਖੀ ਨਹੀਂ। ਕਿਉਂ? ਕਿਉਂਕਿ ਜਨਮ ਜਨਮਾਂਤਰਾਂ ਤੋਂ ਸਾਡੀ ਸੁਰਤ ਮਾਇਆ ਦੇ ਬੌਰੰਗਾਂ ਵਿੱਚ ਪ੍ਰਵਿਰਤ ਹੋ ਕੇ ਰਸ ਲਈ ਨਵੀਨਤਾ ਜਾਂ ਭਿੰਨਤਾ ਲੋੜਦੀ ਹੈ, ਨਹੀਂ ਤਾਂ ਉਚਾਟ ਹੋ ਕੇ ਚੁੱਪ ਚੁਪੀ ਤੇ ਖਿਸਕ ਜਾਂਦੀ ਹੈ। ਮਾਇਆ ਬਚਿੱਤਰ ਬਚਿੱਤਰ ਬੇਮੋਹਤ ਬਿਰਲਾ ਬੂਝੈ ਕੋਏ। ਇਸ ਲਈ ਸਾਡੇ ਸਤਿਗੁਰਾਂ ਨੇ ਸਾਡੀ ਸੁਰਤ ਨੂੰ ਅਨੇਕਾਂ ਮਾਇਕੀ ਰਸਾਂ ਤੋਂ ਮੋੜਨ ਲਈ ਪ੍ਰਭੂ ਦੀ ਅਨੰਤ ਤਰੰਗਾਂ ਵਾਲੀ ਰਸੀਲੇ ਤੇ ਵਿਸਮਾਦੀ ਸਿਫਤ ਸਲਾਹ ਅਤੇ ਰੰਗੀਲੀ ਪ੍ਰੇਮਾ ਭਗਤੀ ਦੇ ਬਾਰੰਬਾਰ ਸਿਮਰਨ ਅਭਿਆਸ ਦੁਆਰਾ ਨਵੀਂ ਤੇ ਉਚੇਰੀ ਜੀਵਨ ਸੇਧ ਵੱਲ ਤੋਰਿਆ ਹੈ। ਇਸ ਤਰ੍ਹਾਂ ਸਾਡੀ ਸੁਰਤ ਮਾਇਕੀ ਰਸਾਂ ਕਸਾਂ ਵਿੱਚੋਂ ਨਿਕਲ ਕੇ ਪ੍ਰਭੂ ਪ੍ਰੇਮ, ਪ੍ਰਭੂ ਦੀ ਵਿਸਮਾਦੀ ਸਿਫਤ, ਪ੍ਰੇਮ, ਪਿਆਰ, ਚੁੱਪ, ਪ੍ਰੀਤ, ਸ਼ੁਕਰ, ਅਰਦਾਸ, ਭੈ ਭਾਵਨੀ ਤੇ ਬੈਰਾਗ ਦੇ ਇਲਾਹੀ ਵਲਵਲਿਆਂ ਵਿੱਚ ਉਡਾਰੀਆਂ ਲਾਉਂਦੀ ਹੈ। ਹਾਂਜੀ, ਸਤਿਗੁਰਾਂ ਨੇ ਸਾਨੂੰ ਬਾਰੰਬਾਰ ਸਿਮਰਨ ਅਭਿਆਸ ਕਮਾਈ ਦਾ ਹੁਕਮ ਦਿੱਤਾ ਹੈ, ਪਰ ਇਹ ਜਿਹੜਾ ਸਿਮਰਨ ਕਰਨਾ ਹੈ ਇਹ ਵਿਸਮਾਦੀ ਸਿਫਤ ਸਲਾਹ ਤੇ ਰੰਗੀਲੀ ਪ੍ਰੇਮਾ ਭਗਤੀ ਦੁਆਰਾ ਅਭਿਆਸ ਕਰਨਾ ਹੈ ਬਾਰੰਬਾਰ। ਕਿਉਂ? ਸਿਫਤ ਸਲਾਹ ਦੁਆਰਾ ਤੇ ਰੰਗੀਲੀ ਪ੍ਰੇਮਾ ਭਗਤੀ ਦੁਆਰਾ ਕਿਉਂ ਅਭਿਆਸ ਕਰਨਾ ਹੈ? ਕਿਉਂਕਿ ਜਦੋਂ ਅਸੀਂ ਸਿਫਤ ਸਲਾਹ ਦੁਆਰਾ ਸਿਮਰਨ ਦਾ ਬਾਰੰਬਾਰ ਅਭਿਆਸ ਕਰਦੇ ਹਾਂ
ਤਾਂ ਹਿਰਦੇ ਵਿੱਚ ਵਿਸਮਾਦ ਦੀ ਸਿਫਤ, ਪ੍ਰੇਮ, ਪਿਆਰ, ਚੁੱਪ ਪ੍ਰੀਤ, ਸ਼ੁਕਰ, ਅਰਦਾਸ, ਭੈ ਭਾਵਨੀ ਤੇ ਬੈਰਾਗ ਦੇ ਇਲਾਹੀ ਵਲਵਲਿਆਂ ਵਿੱਚ ਸਾਡੀ ਸੁਰਤ ਉਡਾਰੀਆਂ ਲਾਉਂਦੀ ਹੈ। ਸੋਚੋ ਕਿ ਪਿੱਛੇ ਪੜਿਆ ਕਿ ਮਨ ਦਾ ਸੁਭਾਅ ਹੈ ਇਹ ਅਲੱਗ-ਅਲੱਗ ਤਰ੍ਹਾਂ ਦੇ ਮਾਇਕੀ ਰਸ ਲੈਣ ਦਾ ਇਸ ਨੂੰ ਸੁਭਾਅ ਪਿਆ ਹੋਇਆ ਹੈ, ਤੇ ਜਦ ਇਸ ਨੂੰ ਇਹ ਰਸ ਨਹੀਂ ਮਿਲਦੇ ਤਾਂ ਨਵੇਂ ਤੋਂ ਨਵਾਂ ਰਸ ਨਹੀਂ ਮਿਲਦਾ, ਤਾਂ ਉਚਾਟ ਹੋ ਕੇ ਇਹ ਕਿਸੇ ਹੋਰ ਪਾਸੇ ਖਿਸਕ ਜਾਂਦਾ ਹੈ। ਸੋ ਇਸ ਲਈ ਸਾਨੂੰ ਪ੍ਰੇਮਾ ਭਗਤੀ ਦੁਆਰਾ ਬਾਰੰਬਾਰ ਸਿਮਰਨ ਅਭਿਆਸ ਕਮਾਈ ਕਰਨਾ ਦ੍ਰਿੜਾਇਆ ਗਿਆ ਹੈ, ਕਿਉਂਕਿ ਇਸ ਵਿੱਚ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਵਲਵਲੇ ਉੱਠਦੇ ਹਨ, ਪ੍ਰੇਮ, ਪਿਆਰ, ਚੁੱਪ ਪ੍ਰੀਤ, ਸ਼ੁਕਰ, ਅਰਦਾਸ, ਭੈ ਭਾਵਨੀ, ਬੈਰਾਗ, ਵਿਸਮਾਦੀ ਸਿਫਤ, ਇਸ ਤਰ੍ਹਾਂ ਮਨ ਦਾ ਸੁਭਾਅ ਵੀ ਕਾਇਮ ਰਿਹਾ, ਉਸ ਨੂੰ ਅਲੱਗ-ਅਲੱਗ ਤਰ੍ਹਾਂ ਦੇ ਰੰਗ ਮਿਲਦੇ ਹਨ, ਇਸ ਲਈ ਇਹ ਖਿਸਕਦਾ ਨਹੀਂ ਫਿਰ ਇਸ ਤੋਂ। ਸੋ ਫਿਰ ਮਹਾਂਪੁਰਖਾਂ ਦੇ ਲਫ਼ਜ਼ਾਂ ਵਿੱਚ ਦੁਹਰਾ ਦਈਏ ਕਿ ਇਹ ਸ਼ਬਦ ਸੁਰਤ ਦੀ ਕਮਾਈ ਸੌਖੀ ਨਹੀਂ, ਕਿਉਂਕਿ ਜਨਮਾਂ ਜਨਮਾਂਤਰਾਂ ਤੋਂ ਸਾਡੀ ਸੁਰਤ ਮਾਇਆ ਦੇ ਬੌਰੰਗਾਂ ਵਿੱਚ ਪ੍ਰਵਿਰਤ ਹੋ ਕੇ ਰਸ ਲਈ ਕੋਈ ਨਵੀਨਤਾ ਜਾਂ ਭਿੰਨਤਾ ਲੋੜਦੀ ਹੈ, ਨਹੀਂ ਤਾਂ ਉਚਾਟ ਹੋ ਕੇ ਚੁੱਪ ਚੁਪੀਤੇ ਹੀ ਖਿਸਕ ਜਾਂਦੀ ਹੈ। ਮਾਇਆ ਚਿੱਤਰ ਵਿਚਿੱਤਰ ਬਿਮੋਹਤ ਬਿਰਲਾ ਬੂਝੈ ਕੋਏ। ਇਸ ਲਈ ਸਤਿਗੁਰਾਂ ਨੇ ਸਾਡੀ ਸੁਰਤ ਨੂੰ ਅਨੇਕਾਂ ਮਾਇਕੀ ਰਸਾਂ ਤੋਂ ਮੋੜਨ ਲਈ ਪ੍ਰਭੂ ਦੀ ਅਨੰਤ ਤਰੰਗਾਂ ਵਾਲੀ ਰਸੀਲੀ ਤੇ ਵਿਸਮਾਦੀ ਸਿਫਤ ਸਲਾਹ ਤੇ ਰੰਗੀਲੀ ਪ੍ਰੇਮਾ ਭਗਤੀ ਦੇ ਬਾਰੰਬਾਰ ਸਿਮਰਨ ਅਭਿਆਸ ਦੁਆਰਾ ਨਵੀਂ ਤੇ ਉਚੇਰੀ ਜੀਵਨ ਸੇਧ ਵੱਲ ਤੋਰਿਆ ਹੈ। ਇਸ ਤਰ੍ਹਾਂ ਸਾਡੀ ਸੁਰਤ ਮਾਇਕੀ ਰਸਾਂ ਕਸਾਂ ਵਿੱਚੋਂ ਨਿਕਲ ਕੇ ਪ੍ਰਭੂ ਦੀ ਵਿਸਮਾਦੀ ਸਿਫਤ, ਪ੍ਰੇਮ, ਪਿਆਰ, ਚੁੱਪ ਪ੍ਰੀਤ, ਸ਼ੁਕਰ, ਅਰਦਾਸ, ਭੈ ਭਾਵਨੀ ਤੇ ਬੈਰਾਗ ਦੇ ਇਲਾਹੀ ਵਲਵਲਿਆਂ ਵਿੱਚ ਉਡਾਰੀ ਲਾਉਂਦੀ ਹੈ। ਇਸ ਲਈ ਸ਼ਬਦ ਸੁਰਤ ਦੇ ਮੇਲ ਲਈ ਜਾਂ ਮਨਮੁਖ ਤੋਂ ਗੁਰਮੁਖ ਬਣਨ ਲਈ ਭਾਵਨਾ ਸਹਿਤ ਅੰਤਰਮੁਖੀ ਹੋ ਕੇ ਸਿਮਰਨ ਕਰਨਾ ਜ਼ਰੂਰੀ ਹੈ। ਹਾਂਜੀ, ਇਹ ਸਾਨੂੰ ਅੱਜ ਦੇ ਲੇਖ ਦਾ ਮੁੱਖ ਉਪਦੇਸ਼ ਹੈ ਕਿ ਸ਼ਬਦ ਸੁਰਤ ਦੇ ਮੇਲ ਲਈ ਜਾਂ ਮਨਮੁਖ ਤੋਂ ਗੁਰਮੁਖ ਬਣਨ ਲਈ ਭਾਵਨਾ ਸਹਿਤ ਅੰਤਰਮੁਖੀ ਹੋ ਕੇ ਸਿਮਰਨ ਕਰਨਾ ਜ਼ਰੂਰੀ ਹੈ। ਪ੍ਰਭ ਕੈ ਸਿਮਰਨ ਅਨਦਿਨ ਜਾਗੈ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਤਰਪੀਐ। ਗੁਰਬਾਣੀ ਵਿਚਾਰ ਲੇਖ ਨੰਬਰ 123, ਸਿਮਰਨ ਭਾਗ 14। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।